मालकी सरकार दी रहेगी, केंद्र सरकार दी रहेगी, पर उन्हां नूं सांभणगे निजी अदारे। सारे जिहड़े मुलाजम आ उन्हां दा शोषण होऊगा जी। प्राइवेट लोग आ वो तो तुहानूं कढ के बाहर मार दे। जिहड़ा मकसद आ वो रला बना के ही है कि जिहड़ा देश आ उहनूं बेच दित्ता जावे। किसान भी यही रौला पा रहे हैं कि सारा देश है जिहड़ा मोदी सरकार ने इन्हां प्राइवेट उद्योगपतियां नूं बेच दिता है। ते हुण केंद्र सरकार पंजाब नूं इह कर रही है कि 980 करोड़ तुसीं भरो, चाहे सड़क चौड़ी करनी आ चाहे तुसीं कुछ भी करना, वो ते टोल प्लाजा आ वो लगना ही लगना है। ਤੁਸੀਂ ਕਹਿੰਦੇ ਹੋ ਕਿ ਜਿਹੜੇ ਵੱਡੇ ਵੱਡੇ ਹਸਪਤਾਲ ਚਲਾ ਰਹੇ ਆ ਜਾਂ ਜਿਨ੍ਹਾਂ ਨੂੰ ਵੱਡੇ ਵੱਡੇ ਪ੍ਰੋਜੈਕਟ ਸੌਂਪ ਦਿੱਤੇ ਕੀ ਉਹ ਵੋਟਾਂ ਤੋਂ ਪਹਿਲਾਂ ਇਹਨਾਂ ਦੀ ਜੇਬਾਂ ਨਹੀਂ ਭਰਨਗੇ? ਜਦੋਂ ਦੇ ਕੁਝ 6 ਹਵਾਈ ਅੱਡੇ ਇਹ ਅਡਾਨੀਆਂ ਵਾਨੀਆਂ ਦੋਨਾਂ ਨੂੰ ਦਿੱਤੇ ਆ, ਉਹ ਅੱਡਿਆਂ ਦੀ ਜਿਹੜੀ ਫੀਸ ਆ ਹੁਣ ਨਾਲੋਂ ਕਈ ਗੁਣਾ ਵੱਧ ਚੁੱਕੀ ਆ। सत श्री अकाल जी दा खालस टीवी देखने वाले साडे सारे दर्शकों का बहुत बहुत स्वागत है साडे खास प्रोग्राम खालस चर्चा दे विच। चर्चा दे नाल मैं हरशरण कौर ते मेरे नाल साडे सहयोगी अते सीनियर पत्रकार कमलजीत सिंह बनवैत जुड़े हुए ने। बनवैत साहब बहुत बहुत स्वागत है खालस चर्चा दे विच। सत श्री अकाल तेरे दर्शकों थानू भी बहुत बहुत प्यार भरी सत श्री अकाल जी। सो मुद्दे दी जी आपां गल करिए तां अजकल एक मुद्दा जिहड़ा बड़ा ही चर्चा दे विच है, ਉਹ ਮੁੱਦਾ ਹੈ ਪਿਛਲੇ ਦਿਨੀ ਵਿੱਤ ਮੰਤਰੀ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਬਿਆਨ ਤੋਂ ਬਾਅਦ ਜਿਹੜਾ ਉਹ ਮੁੱਦਾ ਉੱਠਿਆ ਹੈ। ਸੌਖੇ ਸ਼ਬਦਾਂ ਦੇ ਵਿੱਚ ਸਮਝਾਈਏ ਤਾਂ ਮੋਦੀ ਸਰਕਾਰ ਹੁਣ ਸਰਕਾਰੀ ਅਦਾਰਿਆਂ ਨੂੰ, ਸਰਕਾਰੀ ਸੰਸਥਾਵਾਂ ਨੂੰ ਪ੍ਰਾਈਵੇਟ ਕੰਪਨੀਆਂ ਨੂੰ ਸੌਂਪਣ ਜਾ ਰਹੀ ਹੈ। ਮਾਲਕੀ ਸਰਕਾਰ ਦੀ ਰਹੇਗੀ, ਕੇਂਦਰ ਸਰਕਾਰ ਦੀ ਰਹੇਗੀ, ਪਰ ਉਹਨਾਂ ਨੂੰ ਸਾਂਭਣਗੇ ਨਿੱਜੀ ਅਦਾਰੇ। ਕਿਸਾਨ ਵੀ ਇਹੀ ਰੌਲਾ ਪਾ ਰਹੇ ਨੇ ਕਿ ਸਾਰਾ ਦੇਸ਼ ਹੈ ਜਿਹੜਾ ਮੋਦੀ ਸਰਕਾਰ ਨੇ ਇਹਨਾਂ ਪ੍ਰਾਈਵੇਟ ਉਦਯੋਗਪਤੀਆਂ ਨੂੰ ਵੇਚ ਦਿੱਤਾ ਹੈ, ਇਹਨਾਂ ਦੇ ਪੈਰਾਂ ਦੇ ਵਿੱਚ ਬਹਿ ਗਈ ਹੈ ਸਰਕਾਰ। ਤੇ ਹੁਣ ਉਹ ਸਰਕਾਰ ਖੁਦ ਐਲਾਨ ਕਰਕੇ ਕਰਨ ਜਾ ਰਹੀ ਹੈ ਕਿ ਸਰਕਾਰੀ ਸੰਪत्ति ਹੈ ਜਿਹੜੀ, ਚਾਹੇ ਉਹ ਜਿਹੜੇ ਹੈਗੇ ਨੇ ਰੇਲਵੇ ਸਟੇਸ਼ਨ ਹੋਣ ਜਾਂ ਫਿਰ ਬੰਦਰਗਾਹਾਂ, ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਪ੍ਰਾਈਵੇਟ ਮਾਲਕਾਂ ਦੇ ਹੱਥਾਂ ਵਿੱਚ ਸੌਂਪਿਆ ਜਾ ਰਿਹਾ, ਉਹ ਸਾਰਾ ਪ੍ਰਬੰਧ ਕਰਨਗੇ। ਆਖਿਰਕਾਰ ਅਜਿਹਾ ਕੀਤਾ ਕਿਉਂ ਜਾ ਰਿਹਾ ਹੈ, ਇਹਨੂੰ ਸਮਝਣ ਦੀ ਲੋੜ ਹੈ। ਕਿਉਂ ਸਰਕਾਰ ਇਹ ਕਰ ਰਹੀ ਹੈ? ਉਦਯੋਗਪਤੀਆਂ ਨੂੰ 25 ਸਾਲਾਂ ਲਈ ਆਪਾਂ ਕਹਿ ਸਕਦੇ ਹਾਂ ਕਿ ਲੀਜ਼ ਤੇ ਦੇਣ ਜਾ ਰਹੀ ਹੈ, ਤੇ ਇਹਦੇ ਨਾਲ ਸਾਨੂੰ ਨੁਕਸਾਨ ਕੀ ਹੋਏਗਾ ਜਾਂ ਫਿਰ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਹੋਊਗਾ, ਫਾਇਦਾ ਹੋਊਗਾ? ਸਾਰੇ ਆਪਾਂ ਇਹਨਾਂ ਸਵਾਲਾਂ ਦਾ ਹੱਲ ਹੈ ਜਿਹੜਾ ਅੱਜ ਬਨਵੈਤ ਸਾਹਿਬ ਤੋਂ ਜਾਣਾਂਗੇ। ਬਨਵੈਤ ਸਾਹਿਬ, ਸਭ ਤੋਂ ਪਹਿਲਾਂ ਤੁਸੀਂ ਕੋਈ ਚੰਗੀ ਖਬਰ ਅੱਜ ਕਿਹੜੀ ਲੈ ਕੇ ਆਏ ਹੋ ਦਰਸ਼ਕਾਂ ਨੂੰ ਸੁਣਾਉਣ ਲਈ? ਅੱਜ ਨਾ ਚੰਗੀ ਖਬਰ ਨਹੀਂ, ਥੋੜੀ ਉਦਾਸ ਕਰਨ ਵਾਲੀ ਖਬਰ ਹੈ ਜੀ। ਅੱਛਾ। ਆਪਣੇ ਪੰਜਾਬ ਵਿੱਚ ਨਾ ਅਮਰਗੜ੍ਹ ਪੈਂਦਾ ਜੀ, ਹਾਂਜੀ ਹਾਂਜੀ, ਕਸਬਾ, ਹਾਂਜੀ। ਉੱਥੋਂ ਦੀ ਇੱਕ ਪਰਿਵਾਰ ਦੀ 16 ਸਾਲਾ ਬੱਚੀ ਸ਼ੂਗਰ ਕਰਕੇ ਦਮ ਤੋੜ ਗਈ ਜੀ। ਅੱਛਾ। ਇਹ ਗੱਲ ਕੋਈ 1.5-2 ਸਾਲ ਪੁਰਾਣੀ ਆ। ਹੁਣ ਗਵਾਂਢਾਂ ਨੇ, ਜਿਹੜੀ ਗਵਾਂਢ ਵਿੱਚ ਇੱਕ ਔਰਤ ਰਹਿ ਰਹੀ ਆ, ਹਾਂਜੀ, ਉਹ ਅਕਸਰ ਬਿਮਾਰ ਰਹਿੰਦੀ ਆ। ਅੱਛਾ। ਤੇ ਉਹਨਾਂ ਦੇ ਘਰਦਿਆਂ ਦਾ ਵਹਿਮ ਆ ਕਿ ਜਿਹੜੀ ਗਵਾਂਢੀਆਂ ਦੀ ਕੁੜੀ ਮਰੀ ਸੀ 16 ਸਾਲ ਲਈ, ਉਹ ਉਹਨੂੰ ਭੂਤ ਬਣ ਕੇ ਚੰਬੜ ਜਾਂਦੀ ਆ। ਓਹੋ, ਦੱਸੋ ਹੀ ਪੁਰਾਣੇ ਵਹਿਮ ਭਰਮ ਜੀ, ਵੀ ਉਹ ਚ ਹਵਾ ਆਉਂਦੀ ਆ ਤੇ ਉਸ ਕਰਕੇ ਉਹ ਜਿਹੜੀ ਜਦੋਂ ਉਹਨੂੰ ਹਵਾ ਆਉਂਦੀ ਆ ਤਾਂ ਉਹ ਜ਼ਿਆਦਾ ਬਿਮਾਰ ਹੋ ਜਾਂਦੀ ਆ। ਉਹ ਕਈ ਕੰਮ ਜਿਹੜੇ ਆ ਉਹ ਹੋਰ ਤਰ੍ਹਾਂ ਦੇ ਕਰਨ ਲੱਗਦੀ ਆ। ਕੱਲ ਪਰਸੋਂ ਜਦੋਂ ਉਹ ਜ਼ਿਆਦਾ ਫਿਰ ਬਿਮਾਰ ਹੋ ਗਈ, ਹਾਂਜੀ, ਤਾਂ ਉਹ ਉਹਨਾਂ ਦੇ ਘਰ ਜਿਹੜਾ ਆ ਉਲਾਂਭਾ ਦੇਣ ਚਲ ਗਏ। ਅੱਛਾ। ਕਿ ਆਪਣੀ ਜਿਹੜੀ ਤੁਹਾਡੀ ਕੁੜੀ ਮਰੀ ਆ ਉਹ ਭੂਤ ਬਣ ਕੇ ਜਨ ਬਣ ਕੇ ਸਾਡੇ ਘਰ ਆ ਕੇ ਚਿੰਬੜਦੀ ਆ ਤੇ ਸਾਡੇ ਜਿਹੜੀ ਘਰ ਵਾਲੀ ਉਹ ਬਿਮਾਰ ਰਹਿੰਦੀ ਆ। ਚਲੋ ਉਹ ਥੋੜਾ ਬਹੁਤ ਰੌਲਾ ਰੱਪਾ ਪੈ ਕੇ ਗੱਲ ਨਿਬੜ ਗਈ ਜੀ। ਤੇ ਪਰ ਦੇਖੋ ਇਹ ਵਹਿਮ ਭਰਮ ਜਿਹੜਾ ਆ, ਉਹ ਪਰਿਵਾਰ, ਜਿਸ ਪਰਿਵਾਰ ਦੀ ਇਸ ਵੇਲੇ ਲੇਡੀ ਬਿਮਾਰ ਚੱਲ ਰਹੀ ਆ, ਉਹ ਇਹਨੂੰ ਵਹਿਮ ਭਰਮ ਮੰਨਣ ਨੂੰ ਤਿਆਰ ਨਹੀਂ ਹੈ। ਅੱਛਾ। ਉਹ ਹਲੇ ਵੀ ਇਹੀ ਕਹਿ ਰਹੇ ਆ ਕਿ ਉਹ ਜਿਹੜਾ ਭੂਤ ਬਣ ਕੇ ਸਾਡੇ ਆ ਕੇ ਸਵਾਰ ਹੁੰਦੀ ਆ ਘਰ ਵਾਲੀ ਤੇ, ਅੰਧ ਵਿਸ਼ਵਾਸ ਆਪਾਂ ਕਹਿ ਸਕਦੇ ਹਾਂ। ਹੁਣ ਇਹ ਕੱਲ ਦੀ ਘਟਨਾ ਹੈ ਜੀ। ਜਦੋਂ ਉਹ ਦੁਬਾਰਾ ਬਿਮਾਰ ਹੋ ਗਈ ਤਾਂ ਉਹਨਾਂ ਨੇ ਕੁੜੀ ਵਾਲੇ ਦੇ ਘਰ ਸੁਨੇਹਾ ਭੇਜ ਦਿੱਤਾ। ਅੱਛਾ। ਕਿ ਤੁਸੀਂ ਆਪ ਦੇਖੋ ਆ ਕੇ ਕਿ ਜਿਹੜੀ ਸਾਡੇ ਘਰ ਵਾਲੀ ਦੀ ਹੈਗੀ ਮਹਿਲਾ ਆ, ਬਿਮਾਰ ਆ, ਉਹਦੇ ਵਿੱਚ ਤੁਹਾਡੀ ਕੁੜੀ ਬੋਲਦੀ ਆ। ਅੱਛਾ। ਦੋਹਾਂ ਧਿਰਾਂ ਵਿੱਚ ਝਗੜਾ ਹੋ ਗਿਆ ਜੀ ਤੇ 5 ਪਰਿਵਾਰ ਜਿਹੜੇ ਮੈਂਬਰ ਆ ਉਹ ਜ਼ਖਮੀ ਹੋ ਗਏ। ਫਿਰ ਪੁਲਿਸ ਨੂੰ ਵੀ ਬੁਲਾਇਆ ਗਿਆ, ਤਖਸ਼ ਵੀ ਪਹੁੰਚ ਗਏ। ਜਿਹੜੀਆਂ ਦਲੀਲਾਂ ਦਿੱਤੀਆਂ ਗਈਆਂ ਕਿ ਮਰਨ ਤੋਂ ਬਾਅਦ ਕੋਈ ਭੂਤ ਨਹੀਂ ਬਣਦਾ, ਪਰ ਦੋਹਾਂ ਪਰਿਵਾਰਾਂ 'ਚ ਜਿਹੜੇ ਆ ਸਬੰਧ ਅਜੇ ਵੀ ਕਾਫੀ ਵਿਗੜੇ ਹੋਏ ਆ। ਤੇ ਉਹ ਪਰਿਵਾਰ ਜਿਹੜਾ ਹੈ ਨਾ ਜੀ, ਇਹ ਮੰਨਣ ਨੂੰ ਤਿਆਰ ਨਹੀਂ ਹੈ
ਕਿ ਤੁਹਾਡੀ ਕੁੜੀ ਮਰਨ ਤੋਂ ਬਾਅਦ ਸਾਡੀ ਜਿਹੜੀ ਮਹਿਲਾ ਪਰਿਵਾਰ ਦੀ ਮੈਂਬਰ ਆ ਉਹਨੂੰ ਨਹੀਂ ਚਿੰਬੜਦੀ। ਉਹ ਮਤਲਬ ਹਲੇ ਵੀ ਇਸੇ ਅੰਧਵਿਸ਼ਵਾਸ ਅੜੇ ਹੋਏ ਆ। ਹਾਲਾਂਕਿ ਜਿਹੜੇ ਆ 5 ਜਿਹੜੇ ਜੀ ਆ ਉਹ ਫੱਟੜ ਹੋਏ ਤੇ ਮੈਨੂੰ ਇਹ ਲੱਗਦਾ ਵੀ ਜੇ ਕਿਤੇ ਇਹ ਜਿਹੜਾ ਆ ਲੜਾਈ ਹੋਰ ਵੱਧ ਗਈ, ਕਿਤੇ ਐ ਨਾ ਹੋਵੇ ਕਿ ਦੋਹਾਂ ਪਰਿਵਾਰਾਂ ਦਾ ਜਿਹੜਾ ਵਧੇਰੇ ਨੁਕਸਾਨ ਹੋ ਜਾਏ ਤੇ ਇੱਕ ਜਿਹੜਾ ਹੋਰ ਭੂਤ ਆ ਉਹ ਬਿਲਕੁਲ ਇੱਕ ਹੋਰ ਬੰਦਾ ਭੂਤ ਬਣ ਜਾਏ। ਬਿਲਕੁਲ ਬਲਵੈਰ ਸਾਹਿਬ ਆਪਾਂ ਦੇਖਦੇ ਆ ਆਮ ਹੀ ਸਾਡੇ ਪਿੰਡ ਦੇ ਵਿੱਚ ਵੀ ਇਹੋ ਜਿਹੇ ਨਾ ਬੜੇ ਆ, ਮੈਂ ਇਹਨੂੰ ਕਹੂੰਗੀ ਕਿ ਡਰਾਮੇ ਹੁੰਦੇ ਨੇ ਔਰ ਉਹਦੇ ਵਿੱਚੋਂ ਜਦੋਂ ਬਿਲਕੁਲ ਧੁਰੇ ਤੱਕ ਤੁਸੀਂ ਪਹੁੰਚਦੇ ਹੋ ਨਾ ਗੱਲ ਹੋਰ ਨਿਕਲਦੀ ਹੈ। ਕੁਝ ਮਨ ਦੀਆਂ ਇੱਛਾਵਾਂ ਹੁੰਦੀਆਂ ਨੇ ਜਿਹੜੀਆਂ ਪੂਰੀਆਂ ਨਹੀਂ ਹੋ ਰਹੀਆਂ ਹੁੰਦੀਆਂ, ਉਹਨਾਂ ਨੂੰ ਪੂਰੀਆਂ ਕਰਵਾਉਣ ਦੇ ਲਈ ਜ਼ਿਆਦਾਤਰ ਜਿਹੜਾ ਇਹੋ ਜਿਹੇ ਢੰਗ ਨੇ ਜਿਹੜੇ ਉਹ ਰਚੇ ਜਾਂਦੇ ਨੇ। ਬਿਲਕੁਲ ਅਨਪੜ੍ਹਤਾ ਦੇ ਕਾਰਨ ਵੀ ਕਹਿ ਲਈਏ ਆਪਾਂ, ਤੇ ਇਹੋ ਜਿਹੀਆਂ ਜਿਹੜੀਆਂ ਗੱਲਾਂ ਨੇ ਬਚਕਾਨੀਆਂ ਦੀਆਂ ਉਹ ਕੀਤੀਆਂ ਜਾਂਦੀਆਂ ਨੇ। ਪਰ ਮੇਰਾ ਜਿਹੜਾ ਇਹ ਦੱਸਣ ਦਾ ਮਕਸਦ ਸਿਰਫ ਇੰਨਾ ਸੀਗਾ ਕਿ ਲੋਕ ਜਿਹੜੇ ਆ ਨਾ ਜੀ ਹੁਣ ਇਹਨਾਂ ਪੁਰਾਣੇ ਜਿਹੜੇ ਵਹਿਮਾਂ ਭਰਮਾਂ ਵਿੱਚੋਂ ਨਿਕਲਣਾ ਚਾਹੀਦਾ, ਕਿਉਂਕਿ ਅੱਗੇ ਬੜੀਆਂ ਉਦਾਹਰਨਾਂ ਹੋਇਆ ਕਰਦੀਆਂ ਸੀ ਕਿ ਜੇ ਸੱਸ ਨੂੰਹ ਦੀ ਨਹੀਂ ਸੀ ਬਣਦੀ, ਕਦੀ ਸੱਸ ਨੂੰ ਭੂਤ ਆ ਕੇ ਚਿੰਬੜ ਜਾਂਦਾ ਸੀ, ਕਦੀ ਨੂੰਹ ਨੂੰ ਚਿੰਬੜ ਜਾਂਦਾ ਸੀ, ਹਨਾ। ਸੋ ਇਹ ਹੁਣ ਜਿਹੜਾ ਜ਼ਮਾਨਾ ਆ ਬਹੁਤ ਅੱਗੇ ਜਾ ਚੁੱਕਾ। ਇਹ ਜਿਹੜਾ ਆ ਇਹ ਤੋਂ ਸਾਨੂੰ ਬਚਣਾ ਚਾਹੀਦਾ। ਵੱਡੀ ਚਿੰਤਾ ਇਹ ਆ ਕਿ ਜਿਸ ਪਰਿਵਾਰ ਦੀ 16 ਸਾਲ ਦੀ ਬੱਚੀ ਗਈ ਆ ਉਹਨੂੰ ਤਾਂ ਘਾਟਾ ਪਿਆ ਹੀ, ਜਿਸ ਘਰ 'ਚ ਇੱਕ ਬਿਮਾਰੀ ਪੈ ਗਈ ਉਸ ਘਰ ਨੂੰ ਵੀ ਨੁਕਸਾਨ ਹੈ। ਪਰ ਜਿਹੜੇ ਹੋਰ ਅੱਗੇ ਨੁਕਸਾਨ ਆਪਾਂ ਕਰ ਰਹੇ ਆ ਨਾ ਜੀ, ਉਹ ਜਿਹੜਾ ਨੁਕਸਾਨ ਤੋਂ ਬਚਾ ਜਿਹੜਾ ਸਾਨੂੰ ਬਿਲਕੁਲ ਪਤਾ ਨਹੀਂ। ਲੋਕ ਲੱਗਦਾ ਕਦੇ ਵੀ ਇੰਨੇ ਵਿਹਲੇ ਹੋ ਗਏ ਨੇ ਕਿ ਫਾਲਤੂ ਦੀਆਂ ਗੱਲਾਂ ਤੇ ਲੜਦੇ ਨੇ ਵੀ ਜੇ ਕੋਈ ਪਰਿਵਾਰ ਦਾ ਮੈਂਬਰ ਬਿਮਾਰ ਹੋ ਗਿਆ ਉਹਨੂੰ ਡਾਕਟਰ ਕੋਲੇ ਲੈ ਕੇ ਜਾਓ, ਦਵਾਈ ਦਵਾਓ। ਖੈਰ ਆਪਾਂ ਫਿਰ ਆਪਣੇ ਮੁੱਦੇ ਵੱਲ ਵਧੀਏ। ਬਨਵੈਦ ਸਾਹਿਬ, ਮਸਲਾ ਕੀ ਹੈ ਇਹ ਜਿਹੜਾ ਕੇਂਦਰ ਸਰਕਾਰ ਨੇ ਪ੍ਰਾਈਵੇਟ ਹੱਥਾਂ 'ਚ 25 ਸਾਲਾਂ ਲਈ ਸੌਂਪਤੇ ਸਰਕਾਰੀ? ਦੇਖੋ ਇਹ ਜਿਹੜਾ ਇਦਾਂ ਆ ਵੀ ਨਿੱਜੀਕਰਨ ਨੂੰ ਇੱਕ ਨਵਾਂ ਨਾਂ ਦੇ ਦਿੱਤਾ ਗਿਆ, ਕਿਉਂਕਿ ਨਿੱਜੀਕਰਨ ਸ਼ਬਦ ਜਿਹੜਾ ਆ ਜੀ ਇਹ ਬਹੁਤ ਬਦਨਾਮ ਹੋ ਚੁੱਕਿਆ ਹੈ। ਇਸ ਵੇਲੇ ਇਹਦਾ ਨਾਂ ਆ ਨਵੀਂ ਸਰਕਾਰ ਨੇ ਦਿੱਤਾ ਮੁਦਰੀਕਰਨ। ਪਰ ਜੇ ਆਪਾਂ ਇਹਦੀ ਜਿਹੜੀ ਆ ਪਿਛੋਕੜ ਵੱਲ ਜਾਈਏ ਤਾਂ 1991 ਵਿੱਚ ਪਹਿਲਾਂ ਇਹ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਨਾਲ ਕੰਮ ਸ਼ੁਰੂ ਹੋਇਆ ਸੀਗਾ ਕਿ ਸਰਕਾਰ ਇਹ ਕਹਿੰਦੀ ਸੀ ਕਿ ਜੇ ਅਸੀਂ ਕੋਈ ਕੰਮ ਨਹੀਂ ਕਰ ਸਕਦੇ ਹੈਗੇ, ਸਾਡੀ ਇੰਨੀ ਸਮਰੱਥਾ ਨਹੀਂ ਹੈਗੀ, ਤਾਂ ਅਸੀਂ ਉਹ ਪ੍ਰੋਜੈਕਟ ਜਿਹੜਾ ਆ ਪਬਲਿਕ ਪਾਰਟਨਰਸ਼ਿਪ ਭਾਵ ਸਰਕਾਰ ਦਾ ਪੈਸਾ ਤੇ ਲੋਕਾਂ ਦਾ ਪੈਸਾ, ਕਿਸੇ ਕੰਪਨੀ ਦਾ ਪੈਸਾ ਉਹ ਲਾ ਕੇ ਜਿਹੜਾ ਕੰਮ ਆ ਉਹ ਚਲਾਇਆ ਜਾਵੇ। ਸੌਖੇ ਸ਼ਬਦਾਂ ਆਪਾਂ ਇਹ ਕਹਿ ਲਈਏ। ਉਸ ਤੋਂ ਬਾਅਦ ਜਿਹੜਾ ਥੋੜਾ ਜਿਹਾ ਨਿੱਜੀਕਰਨ ਕਰਨ ਨੇ ਹੋਰ ਅੱਗੇ ਕਦਮ ਵਧਿਆ ਤੇ ਬਹੁਤ ਸਾਰੇ ਜਿਹੜੇ ਜਿਵੇਂ ਹਸਪਤਾਲ ਆ ਉਹਨਾਂ ਵਿੱਚ MRI ਮਸ਼ੀਨਾਂ ਆ ਜਾਂ ਜਿਹੜੀ ਹੋਰ ਕੋਈ ਜਿਹੜਾ ਸਾਜੋ ਸਮਾਨ ਆ ਉਹ ਪ੍ਰਾਈਵੇਟ ਹੱਥਾਂ ਵਿੱਚ ਜਾਣ ਲੱਗ ਗਿਆ ਕਿ ਤੁਸੀਂ ਆਪਣੀ ਮਸ਼ੀਨ ਇੱਥੇ ਲਾ ਲਓ, ਸਾਨੂੰ ਤੁਸੀਂ ਇੰਨਾ ਪ੍ਰੋਫਿਟ ਦੇ ਦਿਆ ਕਰੋ, ਬਾਕੀ ਸਾਰਾ ਤੁਹਾਡਾ। ਹੁਣ ਜਿਹੜੀ ਆ ਨਵੀਂ ਮੁਦਰਾਕਰਨ ਦੀ ਜਿਹੜੀ ਆ ਨਾਂ ਦਿੱਤਾ ਇਹਨਾਂ ਨੇ, ਉਹਦੇ ਨਾਲ ਇਹ ਆ ਕਿ ਸਰਕਾਰ ਇਹ ਸੋਚ ਰਹੀ ਆ ਕਿ ਜੇ ਅਸੀਂ ਜਿਹੜੇ ਆਪਣੇ ਵੱਡੇ ਹੈਗੇ ਆ ਹਵਾਈ ਅੱਡੇ ਚਾਹੇ ਬੰਦਰਗਾਹਾਂ ਆਪਾਂ ਉਹਨਾਂ ਦੀ ਗੱਲ ਡਿਟੇਲ 'ਚ ਕਰਦੇ ਆ, ਉਹ ਨਿੱਜੀ ਹੱਥਾਂ 'ਚ ਦੇ ਦਈਏ ਤਾਂ ਸਾਨੂੰ 6.4 ਲੱਖ ਕਰੋੜ ਜਿਹੜਾ ਆ ਉਹ ਆ ਸਕਦਾ ਤੇ ਸਰਕਾਰ ਇਹ ਕਲੇਮ ਕਰਦੀ ਆ ਕਿ ਅਸੀਂ ਇਸ ਪੈਸੇ ਨਾਲ ਜਿਹੜਾ ਮੁੱਢਲੀ ਆਧਾਰਾ ਢਾਂਚਾ ਆ ਉਹ ਸਟਰੋਂਗ ਕਰ ਲਾਂਗੇ। ਅੱਛਾ, ਸਰਕਾਰ ਦਾ ਜਿਹੜਾ ਕਹਿਣ ਦਾ ਹੈਗਾ ਜੀ ਇਹ ਜੀ, ਮਤਲਬ ਜੇ ਨਿੱਜੀ ਅਦਾਰਿਆਂ ਨੂੰ ਦਿੱਤਾ ਜੋ ਫੇਰ ਇੰਨੀ ਇਨਕਮ ਹੋਊ, ਜੇ ਸਰਕਾਰ ਆਪ ਹੈਂਡਲ ਕਰੂ ਫਿਰ ਨਹੀਂ ਜੀ। ਅੱਛਾ ਹੁਣ ਜਿਹੜੀ ਅੱਗੇ ਦੀ ਗੱਲ ਜਿਵੇਂ ਤੁਸੀਂ ਪਹਿਲਾਂ ਕਿਹਾ, ਇਹ ਸਰਕਾਰ ਨੇ ਇਸ ਵੇਲੇ ਕਿਹਾ ਕਿ ਜਿਹੜੇ ਅਸੀਂ ਅਦਾਰੇ ਆ ਇਹ 25 ਸਾਲਾਂ ਲਈ ਜਾਂ ਵੱਧ ਸਮੇਂ ਲਈ ਦੇਵਾਂਗੇ ਜੀ। ਜਿਵੇਂ ਆਪਾਂ ਇੱਕ ਹੋਰ ਕਹਿ ਲਈਏ ਸੌਖਾ ਕਰਨ ਲਈ ਕਿ ਜਿਵੇਂ ਜ਼ਮੀਨ ਜਿਹੜੀ ਆ ਨਾ ਜੇ ਆਪਾਂ ਦੋ ਤਰ੍ਹਾਂ ਵੇਚਦੇ ਆ, ਇੱਕ ਕਹਿੰਦੇ ਨੇ ਗਹਿਣੇ ਧਰਤੀ, ਇੱਕ ਬੈ ਕਰਤੀ। ਗਹਿਣੇ ਧਰਨ ਦਾ ਮਤਲਬ ਇਹ ਹੈ ਕਿ ਤੁਸੀਂ ਕਿਸੇ ਕੋਲੋਂ ਪੈਸੇ ਲੈ ਲਏ, ਜ਼ਮੀਨ ਉਹਨੂੰ ਦੇ ਦਿੱਤੀ, ਜਦੋਂ ਤੁਹਾਡੇ ਕੋਲੇ ਪੈਸੇ ਹੋਏ ਤੁਸੀਂ ਪੈਸੇ ਮੋੜਤੇ, ਜਿਹੜੀ ਜ਼ਮੀਨ ਆ ਉਹ ਤੁਹਾਡੇ ਕੋਲੇ ਵਾਪਸ ਆ ਗਈ। ਪਰ ਇੱਥੇ ਜਿਹੜੀ ਗੱਲ ਆ ਨਾ ਇਹ ਤੋਂ ਵੱਖਰੀ ਆ ਜੀ ਜਿਹੜੀ ਪਰ ਇਹ ਵੀ ਹੁੰਦਾ ਨਾ ਬਨਵੈਦ ਸਾਹਿਬ, ਜੇ ਤੁਸੀਂ ਗਹਿਣੇ ਧਰੀ ਜ਼ਮੀਨ ਕਿਸੇ ਵੇਲੇ ਵੀ ਨਹੀਂ ਉਹਦੇ ਪੈਸੇ ਦੇ ਸਕੇ ਤੇ ਜ਼ਮੀਨ ਤਾਂ ਅਗਲੇ ਦੀ ਹੋ ਜਾਂਦੀ ਹੈ ਫਿਰ। ਪਰ ਹਾਂਜੀ ਇਹ ਤੋਂ ਅਗਲੀ ਗੱਲ ਜਿਹੜੀ ਇਹ ਗੱਲ ਤਾਂ ਦੇਖੋ ਹੁਣੀ ਆ, ਇਹ ਗੱਲ ਤਾਂ ਇਹ ਵਾਪਰਨੀ ਨਾ ਤਾਂ 25 ਸਾਲਾਂ ਬਾਅਦ ਮੋਦੀ ਦੀ ਸਰਕਾਰ ਹੋਣੀ ਆ, ਠੀਕ ਹੈ ਜੀ, ਉਹ ਤਾਂ ਗੱਲ ਚਲੋ ਬਾਅਦ ਚ ਹੁਣੀ ਆ। ਪਰ ਜਿਹੜੀ ਇਸ ਵੇਲੇ ਵੱਡੀ ਗੱਲ ਆ ਕਿ ਸਰਕਾਰ ਨੇ ਇੱਕ ਜਿਹੜਾ ਇਹ ਚ ਹੋਰ ਜਿਹੜਾ ਆਪਾਂ ਕਹਿ ਲਈਏ ਲੂਪ ਰੱਖ ਲਿਆ ਇਹ ਕਿ ਪੈਸੇ ਸਾਰੇ ਪਹਿਲਾਂ ਨਹੀਂ ਲੈਣੇ। ਅੱਛਾ ਜੀ, ਜੇ ਕੋਈ ਚੀਜ਼ ਕਿਸੇ ਨੂੰ ਲੀਜ਼ ਤੇ ਦਿੱਤੀ ਜਾਂਦੀ ਆ ਜਾਂ ਮੁਦਰੀਕਰਨ ਤਹਿਤ ਦਿੱਤੀ ਜਾਂਦੀ ਆ ਕਿਸੇ ਪ੍ਰਾਈਵੇਟ ਕੰਪਨੀ ਨੂੰ ਤਾਂ ਪੈਸੇ ਕਿਸ਼ਤਾਂ ਵਿੱਚ ਲਏ ਜਾਣੇ ਆ। ਅੱਛਾ, ਜਿਹੜਾ ਇੱਕ ਬਹੁਤ ਹੀ ਵੱਡਾ ਜਿਹੜਾ ਆ ਉਹ ਹੋਰ ਨੁਕਸਾਨ ਹੈ। ਯਾਨੀ ਕਿ ਜਿੰਨੇ ਸਾਲਾਂ ਲਈ ਦੇਣੀ ਆ ਉਨੇ ਸਾਲਾਂ ਦੇ ਵਿੱਚ ਉਹ
ਕਿਸ਼ਤਾਂ ਰਾਹੀਂ ਮੋੜੀ ਕਿਸ਼ਤਾਂ ਰਾਹੀਂ ਪੈਸੇ ਦੇਊਗਾ ਤੁਹਾਨੂੰ ਜੀ 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 ਹਨਾ। ਉਹ ਸਾਰਾ ਕੁਝ ਜਿਹੜਾ ਆ ਉਹ ਇੱਕਦਮ ਨਹੀਂ, ਜੇ ਇੱਕਦਮ ਤੁਸੀਂ ਲੈ ਲਓ ਪੈਸੇ, ਤੁਸੀਂ ਫਿਰ ਵੀ ਸ਼ਾਇਦ ਤੁਹਾਨੂੰ ਕੋਲੇ ਹੋਵੇ ਕਿ ਤੁਹਾਨੂੰ ਇੱਕ ਰਕਮ ਆ ਗਈ, ਤੁਸੀਂ ਜਿਸ ਕੰਮ ਲਈ ਵਰਤਨੇ ਆ ਉਹ ਵਰਤ ਸਕਦੇ ਹੋ। ਹੁਣ ਇੱਥੇ ਮੈਨੂੰ ਨਾ ਜੀ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜਾ ਬਿਆਨ ਜਿਹੜਾ ਆ 15 ਅਗਸਤ ਨੂੰ ਉਹਨਾਂ ਨੇ ਆਪਣਾ ਜਿਹੜਾ ਸੀਗਾ ਲਾਲ ਕਿਲੇ ਤੋਂ ਦਿੱਤਾ ਸੀਗਾ ਭਾਸ਼ਣ, ਉਹ 'ਚ ਕਿਹਾ ਸੀ ਕਿ ਸਰਕਾਰ ਜਿਹੜੀ ਆ ਉਹ ਵਪਾਰ ਕਰਨੀ ਆਈ ਹੈਗੀ, ਸਰਕਾਰ ਬਿਜ਼ਨਸ ਕਰਨੀ ਆਈ ਹੈਗੀ, ਪਰ ਜੋ ਕੁਝ ਲੱਗ ਰਿਹਾ ਇਹ ਬਿਜ਼ਨਸ ਕਰਨ ਤੋਂ ਘੱਟ ਵੀ ਨਹੀਂ ਹੈ। ਬਿਲਕੁਲ ਬਿਲਕੁਲ। ਔਰ ਨਾਲੇ ਸਰਕਾਰ ਨੂੰ ਕੋਈ ਫਾਇਦਾ ਵੀ ਨਹੀਂ ਹੋਣਾ। ਮੈਨੂੰ ਐਸਾ ਵੀ ਇੱਕ ਤਾਂ ਹੁੰਦਾ ਕਿ ਇਕੱਠੀ ਰਕਮ ਤੁਹਾਨੂੰ ਮਿਲ ਗਈ, ਸਰਕਾਰ ਨੇ ਕਿਤੇ ਲਾਉਣੀ ਸੀ, ਲੋਕਾਂ ਦੇ ਲਈ ਲਾਉਣੀ ਸੀ ਤੇ ਉਹ ਲਾਈ ਜਾਓ, ਤੇ ਇਹ ਤਾਂ ਕਿਸ਼ਤਾਂ ਵਾਲੀ ਗੱਲ ਤਾਂ ਬਿਲਕੁਲ ਇਹ ਹੈ ਕਿ ਤੁਸੀਂ ਸਿੱਧਾ ਸਿੱਧਾ ਉਹਨਾਂ ਨੂੰ ਫਾਇਦਾ ਪਹੁੰਚਾ ਰਹੇ ਹੋ। ਬਿਲਕੁਲ ਜੀ, ਬਿਲਕੁਲ ਬਿਲਕੁਲ। ਦੂਜੀ ਗੱਲ ਹੈ ਕਿ ਸਰਕਾਰ ਲਈ ਇੱਕ ਜਿਹੜੀ ਇੱਕ ਦੇਸ਼ ਦੀ ਸਰਕਾਰ ਆ ਉਹਦੇ ਲਈ 6 ਲੱਖ ਕਰੋੜ ਰੁਪਏ ਮਹੀਨਾ ਵੀ ਕੀ ਰੱਖਦਾ। ਬਿਲਕੁਲ। ਹੁਣ ਆਪਾਂ ਜੇ ਗੱਲ ਕਰ ਲਈਏ ਕਿ ਜੋ ਕੁਝ ਸਰਕਾਰ ਨੇ ਸੇਲ ਤੇ ਲਾਇਆ, ਬਾਕੀ ਜਿਹੜੇ ਤੁਸੀਂ ਫਾਇਦੇ ਤੇ ਨੁਕਸਾਨ ਆ ਆਪਾਂ ਉਹ ਗੱਲ ਜ਼ਰੂਰ ਕਰਾਂਗੇ। ਜੋ ਕੁਝ ਸੇਲ ਤੇ ਲਾਇਆ, ਦੇਖੋ 26 에ਅਰਪੋਰਟ ਜਿਹੜੇ ਆ ਉਹ ਸਰਕਾਰ ਨੇ ਸੇਲ ਤੇ ਲਾਤੇ ਜੀ ਜੀ। 741 ਜਿਹੜੇ ਇਹਨਾਂ ਨੇ ਰੇਲ ਲਾਈਨਾਂ ਜਿਹੜੀਆਂ ਆ ਉਹ ਲਾਤੀਆਂ ਸੇਲ ਤੇ ਜੀ ਜੀ। 90 ਪਹਿਲੀ ਵਾਰੀ ਹੋਇਆ ਕਿ ਜਿਹੜੇ ਰੇਲਵੇ ਦੇ ਰੂਟ ਆ ਉਹ ਵੀ ਸੇਲ ਤੇ ਲਾਤੇ ਜੀ। ਦੱਸੋ। ਰੇਲ ਪਟੜੀਆਂ, 9 ਬੰਦਰਗਾਹਾਂ ਜੀ। ਸੋ ਇਹ ਜਿਹੜਾ ਫਿਰ ਦੇਖੋ ਤੁਸੀਂ ਸਾਰਾ ਕੁਝ ਜਿਹੜਾ ਹੋਰ ਜਿੰਨੇ ਤੁਹਾਡੇ ਆਹ ਗੈਸ ਪਾਈਪ ਦੀਆਂ ਲਾਈਨਾਂ ਆ, ਤੁਹਾਡੇ ਜਿਹੜੇ ਇਹ ਰਾਸ਼ਟਰੀ ਮਾਰਗ ਆ, ਇਹ ਸਾਰੇ ਦੇ ਸਾਰੇ ਜਿਹੜੇ ਆ ਉਹ ਸੇਲ ਤੇ ਲਾਤੇ। ਤੇ ਖਰੀਦਦਾਰ ਕੋਈ ਪਹੁੰਚਿਆ ਕਿ ਨਹੀਂ? ਵੈਸੇ ਤਾਂ ਖਾਤੇ ਦਾ ਪਤਾ ਹੀ ਹੋਣਾ। ਤਾਂ ਖਰੀਦਦਾਰ ਤਾਂ ਉਹਨਾਂ ਕੋਲੇ ਇੱਕ ਦੋ ਬੰਦੇ ਕਾਫੀ ਜਿਹਨਾਂ ਕੋਲੇ ਜੀ। ਤੁਸੀਂ ਇਹ ਦੇਖੋ, ਮੈਂ ਤੁਹਾਨੂੰ ਇੱਕ ਹੋਰ ਜਿਹੜੀ ਗੱਲ ਤੁਹਾਡੇ ਧਿਆਨ ਚ ਲਿਆਉਣੀ ਚਾਹੁੰਦਾ। ਗੱਲ ਰਾਸ਼ਟਰੀ ਮਾਰਗਾਂ ਦੀ ਚੱਲੀ ਸੀਗੀ। ਰਾਸ਼ਟਰੀ ਮਾਰਗਾਂ ਨੂੰ ਹੁਣ ਲੈ ਕੇ ਆਪਾਂ ਇਹ ਕਹੀਏ ਕਿ ਜਿਹੜੇ ਪੰਜਾਬ ਵਿੱਚ ਟੋਲ ਪਲਾਜ਼ੇ ਆ, ਹਾਂਜੀ, ਉਹ ਕਿਸਾਨ ਅੰਦੋਲਨ ਤੋਂ ਬਾਅਦ ਲੈ ਕੇ ਹੁਣ ਤੱਕ ਬੰਦ ਪਏ ਨੇ। ਤੇ ਇਹ ਜਿਹੜਾ ਰਕਮ ਆ ਜਿਹੜਾ ਇਹਨਾਂ ਕੰਪਨੀਆਂ ਨੂੰ ਘਾਟਾ ਪਿਆ ਜਾਂ ਜਿਹੜਾ ਪੈਸਾ ਇਕੱਠਾ ਹੋਣਾ ਸੀ ਉਹ 980 ਕਰੋੜ ਬਣਦਾ। ਬਿਲਕੁਲ। ਹੁਣ ਕੇਂਦਰ ਸਰਕਾਰ ਕੱਲੇ ਪੰਜਾਬ 'ਚ, ਤੇ ਹੁਣ ਕੇਂਦਰ ਸਰਕਾਰ ਪੰਜਾਬ ਨੂੰ ਇਹ ਕਰ ਰਹੀ ਹੈ ਕਿ 980 ਕਰੋੜ ਤੁਸੀਂ ਭਰੋ। ਨਾਲੇ ਇਹ ਵੀ ਹੁਕਮ ਚਾੜਤਾ ਕਿ ਜਿਹੜੇ ਹੈਗੇ ਨੇ ਪੰਜਾਬ ਸਰਕਾਰ ਨੂੰ ਵੀ ਸਾਰੇ ਟੋਲ ਪਲਾਜ਼ੇ ਚਾਲੂ ਕਰਵਾਏ ਜਾਣਗੇ। ਦੇਖੋ ਤੁਸੀਂ ਫਿਰ ਇੱਥੇ ਕਿੱਡੀ ਵੱਡੀ ਬਦਨੀਤੀ ਆ ਕਿ ਤੁਸੀਂ ਪ੍ਰਾਈਵੇਟ ਕੰਪਨੀਆਂ ਨੂੰ ਦੀ ਰਕਮ ਪੂਰੀ ਕਰਨ ਲਈ ਸਰਕਾਰਾਂ ਤੋਂ ਪੈਸੇ ਕਢਵਾ ਰਹੇ ਹੋ ਜੀ। ਤੇ ਸਰਕਾਰ ਦਾ ਇੱਥੇ ਭਰਨ ਦਾ ਕੋਈ ਤੁਕ ਬਣਦੀ ਹੈ? ਮੈਨੂੰ ਐਸਾ ਵੀ ਸਰਕਾਰ ਦੇਖੋ, ਸਰਕਾਰ ਨਹੀਂ ਭਰੂਗੀ ਤਾਂ ਸਰਕਾਰ ਦੀ ਜਿਹੜੀ ਬਹੁਤੀ ਨਿਰਭਰਤਾ ਆ ਉਹ ਕੇਂਦਰ ਸਰਕਾਰ ਉੱਤੇ ਆ। ਤੁਸੀਂ ਦੇਖਿਆ ਹੋਣਾ ਕਿ ਪਿੱਛੇ ਜਿਹੇ ਜੇ ਇਹਨਾਂ ਦੀ ਗੱਲ ਨਹੀਂ ਮੰਨੀ ਗਈ ਸੀ ਤਾਂ ਉਹਨੇ ਜਿਹੜਾ ਦਿਹਾਤੀ ਭਲਾਈ ਫੰਡ ਆ ਉਹ ਰੋਕ ਲਿਆ ਸੀਗਾ। ਪਰ ਦੇਖੋ ਪੰਜਾਬ ਵਿੱਚ 17 ਜਿਹੜੇ ਆ ਉਹ ਨੈਸ਼ਨਲ ਟੋਲ ਪਲਾਜ਼ੇ ਆ ਤੇ 15 ਸਟੇਟ ਆ। ਇਹਨਾਂ ਵਿੱਚੋਂ 980 ਕਰੋੜ ਜੇ ਪੰਜਾਬ ਸਰਕਾਰ ਦਿੰਦੀ ਆ ਤਾਂ ਪੰਜਾਬ ਸਰਕਾਰ ਜਿਹੜੀ ਪਹਿਲਾਂ ਹੀ ਇਸ ਵੇਲੇ ਢੰਡੋਰਾ ਪਿੱਟ ਰਹੀ ਆ ਖਜ਼ਾਨਾ ਖਾਲੀ ਦਾ, ਉਹ ਤਾਂ ਬਿਲਕੁਲ ਹੀ ਜਿਹੜਾ ਆ ਹੋ ਜਾਊਗਾ ਜੀ। ਅੱਛਾ, ਇੱਕ ਹੋਰ ਜਿਹੜੀ ਗੱਲ ਤੁਸੀਂ ਜਿਹੜੀ ਫਾਇਦੇ ਲਾਭ ਦੀ ਕੀਤੀ ਸੀ ਨਾ, ਉਹ ਗੱਲ ਇੱਕ ਬੜੀ ਵੱਡੀ ਕਰਨ ਵਾਲੀ ਆ ਕਿ ਜਿਹੜਾ ਕੁਝ ਮੁਦਰਾਕਰਨ ਕੀਤਾ ਜਾ ਰਿਹਾ ਜਾਂ ਨਿੱਜੀਕਰਨ ਕੀਤਾ ਜਾ ਰਿਹਾ, ਉਹਦੇ ਵਿੱਚ ਕੋਈ ਸ਼ਰਤਾਂ ਨਹੀਂ ਲਾਈਆਂ ਗਈਆਂ। ਅੱਛਾ, ਕਿ ਤੁਸੀਂ ਜਿਹੜੇ ਇਸ ਵੇਲੇ ਮੁਲਾਜ਼ਮ ਆ ਉਹਨਾਂ ਨੂੰ ਨੌਕਰੀ ਤੋਂ ਬਾਹਰ ਨਹੀਂ ਕੱਢੋਗੇ। ਠੀਕ ਹੈ, ਕੋਈ ਸ਼ਰਤ ਨਹੀਂ ਹੈ, ਇਹੋ ਜਿਹੀ ਕੋਈ ਸ਼ਰਤ ਨਹੀਂ ਹੈ। ਕੋਈ ਇਹ ਸ਼ਰਤ ਨਹੀਂ ਕੀਤੀ ਗਈ ਕਿ ਤੁਸੀਂ ਜਿਹੜਾ ਸਮਾਨ ਆ ਉਹ ਕੁਆਲਿਟੀ ਦਾ ਤਿਆਰ ਕਰੋਗੇ। ਅੱਛਾ। ਸੋ ਸਭ ਤੋਂ ਵੱਡੇ ਨੁਕਸਾਨ ਇਹ ਆ ਕਿ ਜਿਹੜਾ ਕੁਝ ਤੁਹਾਨੂੰ ਪਹਿਲੋਂ ਮਿਲ ਰਿਹਾ ਜਾਂ ਤੁਸੀਂ ਜਦੋਂ ਤੁਹਾਡੀ ਕੋਈ ਜਿਹੜੀ ਆ ਕੁਆਲਿਟੀ ਮਾੜੀ ਹੁੰਦੀ ਆ, ਨੌਕਰੀ ਕੱਢਦੀ ਆ ਸਰਕਾਰ, ਜਿਹੜੀ ਆ ਮੁਲਾਜ਼ਮ ਜਿਹੜੇ ਸਰਕਾਰ ਦੇ ਵਾਹ ਮਰੋੜ ਸਕਦੇ ਆ, ਕੋਈ ਉਹਨਾਂ ਕੋਲੇ 100 ਕੁਝ ਹੁੰਦਾ ਜਾਣ ਲਈ ਹੁੰਦਾ, ਪਰ ਪ੍ਰਾਈਵੇਟ ਕੰਪਨੀਆਂ ਜੇ ਆ ਕੇ ਮੁਲਾਜ਼ਮ ਕੱਢ ਦਿੰਦੀਆਂ ਕਿਉਂਕਿ ਉਹਨੂੰ ਕੱਢਣੇ ਹੁੰਦੇ ਆ। ਇਹ ਜਿਹੜੀ ਪ੍ਰਾਈਵੇਟ ਕੰਪਨੀ ਆ ਇਹਨਾਂ ਵਿੱਚ ਇਹ ਰਿਵਾਜ ਇਹ ਆ ਕਿ ਘੱਟ ਬੰਦਿਆਂ ਕੋਲੋਂ ਬਹੁਤਾ ਕੰਮ ਲਿਆ ਜਾਵੇ। ਫਿਰ ਜਦੋਂ ਤੁਸੀਂ ਕੋਈ ਪ੍ਰੋਡਕਟ ਦੀ ਕੁਆਲਿਟੀ ਨਹੀਂ ਹੈ ਫਿਰ ਤੁਸੀਂ ਕਿਹਦੇ ਕੋਲ ਜਾ ਕੇ ਸ਼ਿਕਾਇਤ ਕਰਨੀ ਆ? ਯਾਨੀ ਕਿ ਮੈਨੂੰ ਐਸਾ ਜਿਹੜੇ ਹੁਣ ਆਪਣੇ ਆਪ ਨੂੰ ਸਰਕਾਰੀ ਮੁਲਾਜ਼ਮ ਕਹਾਉਂਦੇ ਨੇ, ਹਵਾਈ ਅੱਡਿਆਂ ਤੇ ਜਾਂ ਕੰਮ ਕਰਦੇ ਨੇ ਜਾਂ ਫਿਰ ਖਾਸ ਕਰਕੇ ਰੇਲਵੇ ਸਟੇਸ਼ਨਾਂ ਤੇ, ਉਹ ਤਾਂ ਮਤਲਬ ਸਰਕਾਰੀ ਰਹਿਣਗੇ ਨਹੀਂ? ਫਿਰ ਬਿਲਕੁਲ ਨਹੀਂ ਸਰਕਾਰੀ ਰਹਿਣਗੇ ਜੀ। ਹਾਂਜੀ, ਉਹ ਤਾਂ ਬਿਲਕੁਲ ਹੀ ਪ੍ਰਾਈਵੇਟਾਂ ਦੇ ਹੋ ਜਾਣਗੇ। ਦੂਜੀ ਗੱਲ ਤੁਸੀਂ ਇਹ ਦੇਖੋ, ਜੇ ਆਪਾਂ ਧਿਆਨ ਮਾਰੀਏ ਅੰਕੜਾ ਭਲਾ ਜੀ, ਤਾਂ ਜਦੋਂ ਦੇ ਕੁਝ 6 ਹਵਾਈ ਅੱਡੇ ਇਹ ਅਡਾਨੀਆਂ ਵਾਨੀਆਂ ਦੋਨਾਂ ਨੂੰ ਦਿੱਤੇ ਆ, ਉਹ ਅੱਡਿਆਂ ਦੀ ਜਿਹੜੀ ਫੀਸ ਆ ਹੁਣ ਨਾਲੋਂ ਕਈ ਗੁਣਾ ਵੱਧ ਚੁੱਕੀ ਆ। ਅੱਛਾ। ਤੇ ਜਿਨ੍ਹਾਂ ਅੱਡਿਆਂ ਨੂੰ ਸਰਕਾਰ ਦੇਖੋ ਕਹਿ ਰਹੀ ਸੀ ਕਿ ਅਸੀਂ ਨਹੀਂ ਚਲਾ ਸਕਦੀ, ਉਹ ਉਹਨਾਂ ਨੂੰ ਚਲਾ ਵੀ ਰਹੇ ਆ ਔਰ ਉੱਥੋਂ ਕਮਾ ਵੀ ਰਹੇ ਆ ਜੀ। ਅਰੇ ਇੱਕ ਹੋਰ ਜਿਹੜੀ ਸ਼ਰਮੀ ਗੱਲ ਕਰਨ ਵਾਲੀ ਆ ਇਹ ਕਿ ਹਵਾਈ ਅੱਡੇ ਕਦੇ ਵੀ ਘਾਟੇ ਦਾ ਸੌਦਾ ਨਹੀਂ ਰਹੇ। ਬਿਲਕੁਲ ਹਨਾ, ਬਿਲਕੁਲ ਬਿਲਕੁਲ। ਉੱਥੇ ਇੱਕ ਪਾਣੀ ਦੀ ਬੋਤਲ 300 ਦੀ ਹੁੰਦੀ ਹੈ ਤੇ ਜਿਹੜੀਆਂ ਆਪਾਂ ਕਹਿ ਸਕਦੇ ਹਾਂ ਕਿ ਕੋਈ ਵੀ ਸਫ਼ਰ ਕਰਦਾ ਉਹਨਾਂ ਦੀਆਂ ਟਿਕਟਾਂ ਇੰਨੀਆਂ ਮਹਿੰਗੀਆਂ, ਹਰ ਚੀਜ਼ ਆ ਜਿਹੜੀ ਉਹ ਇੰਨੀ ਮਹਿੰਗੀ ਹੁੰਦੀ ਹੈ 300 ਗੁਣਾ। ਸੋ ਕੁੱਲ ਮਿਲਾ ਕੇ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਸ ਤਰ੍ਹਾਂ ਆਪਾਂ BOT ਪੰਜਾਬ 'ਚ ਲਾਗੂ ਹੋਇਆ ਸੀਗਾ ਕਿ
ਉਹ ਤੁਸੀਂ ਬਣਾਓ ਚਲਾਓ। ਜਿਵੇਂ ਸੜਕਾਂ ਜਿਹੜੀਆਂ ਆ ਹੁਣ ਅੱਗੇ ਦੇਖੋ ਇਹ ਵੀ ਹੋ ਜਾਣਾ ਉਹਨੇ ਕਰ ਦੇਣਾ ਕਿ ਜਿਹੜੀਆਂ ਸੜਕਾਂ ਆ ਜੇ ਉਹ 4 ਮਾਰਗੀਆਂ ਕਰਨੀਆਂ ਜੀ ਤਾਂ ਵੀ ਪ੍ਰਾਈਵੇਟ ਕਰਨਗੇ। ਜੇ ਸੜਕ ਨਵੀਂ ਬਣਾਉਣੀ ਆ ਤਾਂ ਵੀ ਪ੍ਰਾਈਵੇਟ ਜਿਹੜੇ ਪਲੇਅਰ ਆ ਉਹ ਕਰਨਗੇ। ਤੇ ਕੁਦਰਤੀ ਆ ਫਿਰ ਚਾਹੇ ਸੜਕ ਚੌੜੀ ਕਰਨੀ ਆ ਚਾਹੇ ਤੁਸੀਂ ਕੁਝ ਵੀ ਕਰਨਾ ਉਹ ਤੇ ਟੋਲ ਪਲਾਜ਼ਾ ਆ ਉਹ ਲੱਗਣਾ ਹੀ ਆ। ਪਰ ਲੋਕਾਂ ਦਾ ਜਿਹੜਾ ਸਵਾਲ ਇਹ ਆ ਕਿ ਜੇ ਤੁਸੀਂ ਪਹਿਲਾਂ ਰੋਡ ਟੈਕਸ ਦਿੰਦੇ ਹੋ ਹਾਂਜੀ ਫਿਰ ਰੋਡ ਟੈਕਸ ਤੋਂ ਬਾਅਦ ਜੇ ਤੁਸੀਂ ਰੋਡ ਦਾ ਟੈਕਸ ਹੀ ਭਰਤਾ ਫਿਰ ਤੁਹਾਡੇ ਕੋਲ ਟੋਲ ਪਲਾਜ਼ਾ ਜਿਹੜਾ ਆ ਉਹ ਦੇਣ ਦੀ ਮਤਲਬ ਉਹ ਕੀ ਲੋੜ ਹੈਗੀ ਆ ਤੁਹਾਨੂੰ ਦੇਣਾ ਪਏਗਾ। ਹਾਂਜੀ ਸੋ ਇਹ ਜਿਹੜਾ ਕੁੱਲ ਮਿਲਾ ਕੇ ਜਿਹੜਾ ਨਾ ਜੀ ਇਹ ਸਰਕਾਰ 6.4 ਲੱਖ ਕਰੋੜ ਖੱਟਣ ਦੀ ਖਾਤਰ ਸਾਡਾ ਜਿਹੜਾ ਲੋਕ ਆਪਣਾ ਦੇਸ਼ ਦਾ ਭਵਿੱਖ ਹੈ ਨਾ ਜੀ ਉਹ ਪ੍ਰਾਈਵੇਟ ਹੱਥਾਂ ਦਾ ਦੇ ਰਹੀ ਆ ਜਿੱਥੇ ਸਾਰੇ ਜਿਹੜੇ ਮੁਲਾਜ਼ਮ ਆ ਉਹਨਾਂ ਦਾ ਸ਼ੋਸ਼ਣ ਹੋਊਗਾ ਜੀ ਤੁਹਾਨੂੰ ਤੇ ਸਾਨੂੰ ਹਰ ਤਰ੍ਹਾਂ ਦੀ ਜਿਹੜੀ ਕੁਆਲਿਟੀ ਆ ਉਹਦੇ ਨਾਲ ਕੰਪਰੋਮਾਈਜ਼ ਕਰਨਾ ਪਊਗਾ। ਤੇ ਬਨਵੈਦ ਸਾਹਿਬ ਇਹ ਮਤਲਬ ਕਿਹੋ ਜੀ ਸੋਚ ਹੈ ਜਾਂ ਕਿਹੋ ਜੀ ਨੀਤੀ ਹੈ ਕਿ ਸਰਕਾਰ ਆਪਣੀ ਤਾਕਤ ਹੀ ਘਟਾ ਰਹੀ ਹੈ? ਸਰਕਾਰ ਕੋਲੇ ਤਾਂ ਕੁਝ ਬਚੂਗਾ ਹੀ ਨਹੀਂ। ਸਰਕਾਰ ਨੂੰ ਤਾਂ ਆਪਾਂ ਕਹਿ ਸਕਦੇ ਹਾਂ ਕਿ ਬਿਲਕੁਲ ਖਤਮ ਕੀਤਾ ਜਾ ਰਿਹਾ। ਫਿਰ ਅਜਿਹਾ ਕਿਉਂ? ਹਰ ਚੀਜ਼ ਨਿੱਜੀਕਰਨ, ਹਰ ਚੀਜ਼ ਦਾ ਨਿੱਜੀਕਰਨ। ਦੇਖੋ ਇੱਕ ਤਾਂ ਇਹ ਆਪਾਂ ਦੂਰ ਨਾ ਜਾਈਏ ਜੀ ਆਪਾਂ ਪੰਜਾਬ ਦੀ ਗੱਲ ਕਰ ਲਈਏ ਸਿਰਫ ਆਪਾਂ ਸਿੱਖਿਆ ਦਾ ਖੇਤਰ ਲੈ ਲਈਏ ਜਾਂ ਜਿਹੜਾ ਹੈਲਥ ਦਾ ਖੇਤਰ ਜਿਹੜੇ ਬਹੁਤ ਇੰਪੋਰਟੈਂਟ ਹੈਗੇ ਆ ਬਿਜਲੀ ਦਾ ਲੈ ਲਈਏ ਚਾਹੇ ਜੀ ਤੁਸੀਂ ਆਪਾਂ ਦੇਖੋ ਜਿਹੜੇ ਸਰਕਾਰ ਪੰਜਾਬ ਵਿੱਚ ਸਰਕਾਰੀ ਕਾਲਜਾਂ ਨਾਲੋਂ ਪ੍ਰਾਈਵੇਟ ਕਾਲਜ ਜਿਹੜੇ ਆ ਉਹ ਘੱਟੋ ਘੱਟ ਜੇ ਬਹੁਤਾ ਨਹੀਂ ਤਾਂ 6 ਗੁਣਾ ਜ਼ਿਆਦਾ ਨੇ ਜੀ ਬਿਲਕੁਲ ਹੈਗੇ ਨੇ। ਆਪਾਂ ਹਸਪਤਾਲਾਂ ਦੀ ਗੱਲ ਕਰ ਲਈਏ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਆ ਔਰ ਹਸਪਤਾਲਾਂ ਵਿੱਚ ਜਿਹੜੇ ਟੋਟਲ ਪੇਸ਼ੈਂਟ ਹੈ ਪੰਜਾਬ ਦੇ ਉਹਦਾ 75-70% ਜਾ ਰਿਹਾ ਜੀ। ਇੱਕ ਗੱਲ ਤੁਹਾਨੂੰ ਜਿਹੜੀ ਤੁਸੀਂ ਇਹਦਾ ਫਾਇਦਾ ਕੀ ਆ ਦੇਖੋ ਜਿਹੜੀ ਸਰਕਾਰ ਆ ਉਹਨਾਂ ਨੂੰ ਚਾਹੀਦਾ ਹੁੰਦਾ ਮਾਲਨਾਮਾ ਚਾਹੇ ਉਹ ਚੋਣ ਫੰਡ ਦੇ ਰੂਪ ਵਿੱਚ ਚਾਹੇ ਉਹ ਅੰਡਰ ਦੀ ਟੇਬਲ ਜਿਹੜਾ ਸਰਕਾਰਾਂ ਆ ਇਹਨਾਂ ਨੂੰ ਇਹ ਪੈਸਾ ਮਿਲਦਾ ਹੀ ਰਹਿਣਾ ਜੀ। ਤੁਸੀਂ ਇਹ ਦੇਖੋ ਆਪਾਂ ਜੇ ਪੰਜਾਬ 'ਚ ਗੱਲ ਕਰ ਲਈਏ ਜਿਹੜੇ ਕੀ ਤੁਸੀਂ ਕਹਿੰਦੇ ਹੋ ਕਿ ਜਿਹੜੇ ਵੱਡੇ ਵੱਡੇ ਹਸਪਤਾਲ ਚਲਾ ਰਹੇ ਆ ਜਾਂ ਜਿਨ੍ਹਾਂ ਨੂੰ ਵੱਡੇ ਵੱਡੇ ਪ੍ਰੋਜੈਕਟ ਸੌਂਪਤੇ ਕੀ ਉਹ ਵੋਟਾਂ ਤੋਂ ਪਹਿਲਾਂ ਇਹਨਾਂ ਦੀ ਜੇਬਾਂ ਨਹੀਂ ਭਰਨਗੇ? ਬਿਲਕੁਲ ਭਰਨਗੇ। ਤੁਸੀਂ ਸੈਂਟਰ ਦੀ ਆਪਾਂ ਜਿਵੇਂ ਆਪਾਂ ਇੱਕ ਵਾਰ ਸ਼ਾਇਦ ਉਦਾਹਰਨ ਦਿੱਤੀ ਵੀ ਆ ਜਿਹੜੀ ਇੱਕ ਬੜੀ ਪ੍ਰਤੱਖ ਸੱਚਾਈ ਇਹ ਆ ਕਿ ਜਦੋਂ ਬੀਜੇਪੀ ਦੀ ਸਰਕਾਰ ਪਹਿਲੀ ਵਾਰ ਬਣਨੀ ਸੀ ਉਸ ਵੇਲੇ ਸ਼ਰਤ ਇਹ ਰੱਖੀ ਗਈ ਸੀ ਕਿ ਅਡਵਾਨੀ ਤੇ ਮੋਦੀ ਦੋਨਾਂ ਵਿੱਚ ਟਾਈ ਸੀ ਕਿ ਪ੍ਰਧਾਨ ਮੰਤਰੀ ਕੌਣ ਬਣੇ। ਤਾਂ ਉਸ ਵੇਲੇ ਇਹ ਹੋਇਆ ਸੀਗਾ ਕਿ ਜਿਹੜਾ ਵੱਧ ਤੋਂ ਵੱਧ ਫੰਡ ਇਕੱਠਾ ਲਿਆਊਗਾ ਉਹ ਪ੍ਰਧਾਨ ਮੰਤਰੀ ਬਣ ਸਕਦਾ। ਸੋ ਇਸ ਕਰਕੇ ਜਿਹੜੀਆਂ ਇਹ ਪ੍ਰਾਈਵੇਟ ਕੰਪਨੀਆਂ ਆ ਨਾ ਆਪਾਂ ਨੂੰ ਕਿਵੇਂ ਕਹਿ ਦਈਏ ਇੱਕ ਨਾ ਬੜੀ ਉਹ ਆ ਜਿਹੜੀ ਇੱਕ ਉਦਾਹਰਨ ਆ ਬੜੀ ਆਪਣੇ ਪੰਜਾਬ ਵਿੱਚ ਕਹਿੰਦੇ ਹੁੰਦੇ ਆ ਕਿ ਲਾਗੀਆਂ ਨੇ ਲਾਗ ਲੈਣਾ ਚਾਹੇ ਕੁੜੀ ਜਾਂਦੀ ਜੋ ਕੁਝ ਮਰਜ਼ੀ ਹੋ ਜਾ ਉਹਦੇ ਨਾਲ ਹਨਾ। ਸੋ ਜਿਹੜੀ ਸਰਕਾਰ ਆ ਨਾ ਜੀ ਉਹਨੂੰ ਆਪਾਂ ਇਹ ਕਹਿ ਲਈਏ ਕਿ ਲੋਕਾਂ ਦੀ ਚਿੰਤਾ ਬਿਲਕੁਲ ਨਹੀਂ ਹੈ। ਉਹਨਾਂ ਨੂੰ ਸਿਰਫ ਜਿਹੜੀ ਚਿੰਤਾ ਆ ਉਹ ਇਹ ਆ ਕਿ ਸਾਡੀ ਕੁਰਸੀ ਕਿਵੇਂ ਬਚੀ ਰਹੇ ਜਾਂ ਅਸੀਂ ਅਗਲੀ ਵਾਰ ਕੁਰਸੀ ਤੇ ਕਿਵੇਂ ਆ ਜਾਈਏ। ਦੂਜੀ ਗੱਲ ਇਹ ਕਿ ਜੇ ਆਪਾਂ ਕਹਿ ਦਈਏ ਕਿ ਪ੍ਰਾਈਵੇਟ ਪਾਰਟਨਰਸ਼ਿਪ ਜਿਹੜੀ ਆ ਉਹ ਵੱਧ ਰਹੀ ਹੈ ਜਿਵੇਂ ਤੁਸੀਂ ਕਹਿੰਦੇ ਹੋ ਪਰ ਇਹਨਾਂ ਲੋਕਾਂ ਨੂੰ ਤਾਂ ਫਿਰ ਵੀ ਬਿਹਤਰ ਸਹੂਲਤਾਂ ਮਿਲਣੀਆਂ ਨਾ ਜੀ। ਤੁਸੀਂ ਆਪਾਂ ਫਿਰ ਪੰਜਾਬ ਦੀ ਮੁਰੇ ਮੇਰਾ ਗੱਲ ਕਰਨ ਨੂੰ ਜੀ ਕਰਨਾ ਪੈਂਦਾ ਜੇ ਆਪਾਂ ਕਰੋਨਾ ਦੀ ਗੱਲ ਕਰ ਲਈਏ ਕਿ ਜੇ ਜਿੰਨੇ ਸਾਡੇ ਮਿਨਿਸਟਰ ਜਿੰਨੇ ਐਮਐਲਏ ਜਦੋਂ ਵੀ ਕੋਈ ਕਿਸੇ ਨੂੰ ਬਿਮਾਰ ਹੋਇਆ ਕਰੋਨਾ ਹੋਇਆ ਕੋਈ ਸਰਕਾਰੀ ਹਸਪਤਾਲ ਦਾ ਗਿਆ ਹੀ ਨਹੀਂ ਜੀ ਬਿਲਕੁਲ ਨਹੀਂ ਗਿਆ ਔਰ ਇਹਦਾ ਪ੍ਰਾਈਵੇਟ ਹਸਪਤਾਲਾਂ 'ਚ ਗਏ ਔਰ ਸਾਰਾ ਜਿਹੜਾ ਖਰਚਾ ਆ ਉਹ ਸਰਕਾਰ ਚੁੱਕਦੀ ਰਹੀ ਆ। ਤੇ ਬਨਵੈਦ ਸਾਹਿਬ ਫਿਰ ਜਿਵੇਂ ਇਹ ਸਾਰੇ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਜਦੋਂ ਪ੍ਰਾਈਵੇਟ ਹੱਥਾਂ 'ਚ ਚਲੀਆਂ ਗਈਆਂ ਤੇ ਫਿਰ ਇਸ ਗੱਲ ਦੇ ਵਿੱਚ ਵੀ ਦੋ ਰਾਏ ਨਹੀਂ ਹੈ ਕਿ ਉਹ ਕਿਰਾਏ ਵਗੈਰਾ ਉਹ ਵੀ ਆਪਣੀ ਮਰਜ਼ੀ ਨਾਲ ਲਾਉਣਗੇ ਟੋਲ ਟੈਕਸ ਨੇ ਉਹ ਵੀ ਵੱਧ ਸਕਦੇ ਨੇ ਰੇਲ ਗੱਡੀਆਂ ਦੇ ਕਿਰਾਏ ਜਹਾਜ਼ਾਂ ਦੇ ਇਹ ਸਾਰਾ ਕੁਝ ਵਧੂਗਾ ਫਿਰ ਤਾਂ। ਮੈਂ ਸ਼ੁਰੂ 'ਚ ਗੱਲ ਇਹ ਕਹੀ ਹੈ ਕਿ ਇਹ ਸਰਕਾਰ ਨੇ ਕੋਈ ਵਿੱਚ ਅਜਿਹਾ ਪਾਬੰਦੀ ਲਾਈ ਨਹੀਂ ਹੈ ਕਿ ਤੁਸੀਂ ਇਹ ਤੋਂ ਵੱਧ ਜਿਹੜਾ ਰੇਟ ਆ ਉਹ ਨਹੀਂ ਵਧਾ ਸਕਦੇ ਜਾਂ ਜੋ ਤੁਸੀਂ ਮੈਨੂਫੈਕਚਰ ਕਰਨਾ ਉਹਦੀ ਕੁਆਲਿਟੀ ਆ ਹੋਵੇ ਜੀ। ਇਹ ਤਾਂ ਕੁਝ ਸਰਕਾਰ ਨੇ ਕੁਝ ਰੱਖਿਆ ਹੀ ਨਾ ਜੀ ਇਸ ਕਰਕੇ ਜਿਹੜੀ 3-4 ਵੱਡੇ ਨੁਕਸਾਨ ਹੋਣ ਵਾਲੇ ਆ ਇੱਕ ਤਾਂ ਸਾਨੂੰ ਕੁਆਲਿਟੀ ਨਾਲ ਜਿਹੜਾ ਆ ਉਹ ਕੰਪਰੋਮਾਈਜ਼ ਕਰਨਾ ਪਊਗਾ। ਇੱਕ ਜਿਹੜੀ ਸਾਡੀ ਅਨਐਮਪਲੋਇਮੈਂਟ ਆ ਉਹ ਬਹੁਤ ਵੱਡਾ ਇਸ਼ੂ ਆ ਕਿ ਉਹ ਬਹੁਤ ਜ਼ਿਆਦਾ ਵੱਧ ਜੂਗੀ ਬਿਲਕੁਲ ਹੈਨਾ। ਸੋ ਇਹ ਜਿਹੜੀਆਂ 3-4 ਜਿਹੜੀਆਂ ਪਹਿਲੇ ਫਿਕਰਮੰਦੀ ਜ਼ਾਹਰ ਕੀਤੀ ਆ ਬਿਲਕੁਲ ਪਰ ਦੇਖੋ ਜਿਹੜੀ ਇਹ ਸੋਚ ਆ ਇਹ ਸੀਤਾਰਮਨ ਨੇ ਕੱਲ ਪਰਸੋਂ ਵੀ ਇਹ ਬਿਆਨ ਦਿੱਤਾ ਕਿ ਜਿਹੜਾ ਆ ਇਹ ਇੱਕ ਸਰਕਾਰ ਨਵਾਂ ਜਿਹੜਾ ਕੁਝ ਲੈ ਕੇ ਆ ਰਹੀ ਆ ਪਰ ਉਹਦਾ ਜਿਹੜਾ ਨਾਂ ਆ ਉਹ ਸ਼ੁਰੂ ਹੋ ਕੇ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਤੋਂ ਬਾਇਆ ਨਿੱਜੀਕਰਨ ਹੁਣ ਜਿਹੜਾ ਇੱਥੇ ਆ ਕੇ ਪਹੁੰਚ ਗਿਆ ਹਨਾ ਜੀ। ਬਿਲਕੁਲ ਜਿਹੜਾ ਮਕਸਦ ਆ ਉਹ ਰਲਾ ਬਣਾ ਕੇ ਇਹੀ ਆ ਕਿ ਜਿਹੜਾ ਦੇਸ਼ ਆ ਉਹਨੂੰ ਵੇਚਤਾ ਜਾਵੇ ਪਰ ਅਗਲੀ ਜਿਹੜੀ ਸਰਕਾਰ ਆ ਉਹ ਕੀ ਕਰਦੀ ਆ ਇਹ ਕਿਸੇ ਨੂੰ
ਨਹੀਂ ਪਤਾ ਹੈਗਾ, ਕਿਸੇ ਨੂੰ ਨਹੀਂ ਪਤਾ। ਬਿਲਕੁਲ ਇਹ ਬਹੁਤ ਹੀ ਜ਼ਿਆਦਾ ਗੰਭੀਰ ਤੇ ਚਿੰਤਾ ਵਾਲੀ ਗੱਲ ਹੈ ਕਿ ਜਿਵੇਂ ਬਨਵੈਸ ਸਾਹਿਬ ਨੇ ਦੱਸਿਆ ਕਿ ਰੇਲ ਦੀਆਂ ਪਟੜੀਆਂ, ਪਹਿਲੀ ਵਾਰੀ ਅਜਿਹਾ ਹੋਇਆ ਕਿ ਰੇਲ ਦੀਆਂ ਪਟੜੀਆਂ ਤੱਕ ਵੇਚ ਦਿੱਤੀਆਂ ਗਈਆਂ ਨੇ। 25 ਸਾਲਾਂ ਬਾਅਦ ਕੀ ਭਰੋਸਾ ਹੈ ਕਿ ਸਰਕਾਰ ਹੈ ਜਿਹੜਾ ਉਹ ਪੈਸਾ ਜਿੰਨਾ ਉਹਨਾਂ ਤੋਂ ਲਊਗੀ ਕੰਪਨੀਆਂ ਤੋਂ, ਉਹ ਉਹਨਾਂ ਨੂੰ ਵਾਪਸ ਮੋੜ ਕੇ ਸਾਰੇ ਜਿਹੜੇ ਅਦਾਰੇ ਨੇ ਵਾਪਸ ਆਪਣੇ ਹੱਥ ਦੇ ਵਿੱਚ ਲੈ ਲੇਗੀ, ਕਿਉਂਕਿ 25 ਸਾਲ ਬਨਵੈਸ ਸਾਹਿਬ ਬਹੁਤ ਹੁੰਦੇ ਨੇ। ਉਦੋਂ ਤੱਕ ਸਾਰੇ ਮੈਨੂੰ ਲੱਗਦਾ ਉਸ ਸਿਸਟਮ ਦੇ ਵਿੱਚ ਮਜਬੂਰੀ ਦੇ ਵਿੱਚ ਢਲ ਚੁੱਕੇ ਹੁੰਦੇ। ਪਰ ਮੈਂ ਇੱਕ ਹੋਰ ਗੱਲ ਕਰਦਾ ਜੀ, 25 ਸਾਲਾਂ ਬਾਅਦ ਵੀ ਇਹ ਦੁਆਰਾ ਰੀਨਿਊ ਹੋ ਸਕੇਗਾ। ਦੇਖੋ ਹੁਣ ਤੁਸੀਂ ਆਪਾਂ ਇੱਕ ਨਿੱਕੀ ਜਿਹੀ ਉਦਾਹਰਨ ਦੇ ਕੇ ਆਪਾਂ ਸਪਸ਼ਟ ਕਰ ਲਈਏ ਗੱਲ। ਪੰਜਾਬ ਸਰਕਾਰ ਨੇ ਬਿਜਲੀ ਸਮਝੌਤੇ ਕੀਤੇ ਸੀ ਜੀ, ਬਿਲਕੁਲ। ਹੁਣ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਅਸੀਂ ਬਿਜਲੀ ਸਮਝੌਤੇ ਰੱਦ ਨਹੀਂ ਕਰ ਸਕਦੇ ਕਿਉਂਕਿ ਸ਼ਰਤਾਂ ਵਿੱਚ ਇਹੋ ਜਿਹੀਆਂ ਆ। ਬਿਲਕੁਲ। ਸੋ ਜਿਹੜੀ 25 ਸਾਲਾਂ ਵਾਲੀ ਗੱਲ ਹੈ ਨਾ ਜੀ, ਉਹ 25 ਸਾਲਾਂ ਵਾਲੀ ਗੱਲ ਵੀ ਇਹ ਹੈ ਕਿ ਸ਼ਰਤਾਂ ਵਿੱਚ ਇਹੋ ਜਿਹੀਆਂ ਹੋਣਗੀਆਂ ਜਾਂ ਜਿਹੜੀਆਂ ਕੰਪਨੀਆਂ, ਦੇਖੋ ਉਹਨਾਂ ਕੰਪਨੀਆਂ ਕੋਲੇ ਤਾਂ ਫੁੱਲ ਟਾਈਮ ਜਿਹੜੇ ਉਹ ਲਾਇਰ ਹੁੰਦੇ ਆ ਜਿਨ੍ਹਾਂ ਦਾ ਕੰਮ ਜਿਹੜੀਆਂ ਘੁੰਤਲਾ ਕੱਢਣਾ ਹੁੰਦਾ ਹੀ ਆ। ਸੋ ਇਸ ਕਰਕੇ 25 ਸਾਲਾਂ ਬਾਅਦ ਵੀ ਇਸੇ ਰੇਟ ਤੇ, ਜਦੋਂ 25 ਸਾਲਾਂ ਬਾਅਦ ਜਿਹੜਾ ਮਹਿੰਗਾਈ ਦਾ ਸੂਚਕ ਅੰਕ ਆ ਉਹ ਇਹਦੇ ਨਾਲੋਂ ਪਤਾ ਨਹੀਂ ਕਿੰਨਾ ਉੱਤੇ ਚੱਲ ਜਾਊਗਾ, ਉਸ ਵੇਲੇ ਵੀ ਕੰਪਨੀਆਂ ਸ਼ਾਇਦ ਇਹ ਚਾਲ ਚੱਲਣ ਜਿਹੜੀ ਆ ਕਿ ਚਾਲ ਖੇਡ ਲੈਣ ਕਿ ਉਹ ਇਸੇ ਰੇਟ ਤੇ ਫਿਰ ਜਿਹੜੇ ਆ ਉਹ ਨਵਿਆ ਲੈਣ। ਬਿਲਕੁਲ ਬਿਲਕੁਲ, ਕਿਉਂਕਿ ਉਦੋਂ ਪਤਾ ਨਹੀਂ ਕਿਹਦੀ ਸਰਕਾਰ ਹੋਣੀ ਹੈ, ਕਿਉਂਕਿ ਮੋਦੀ ਸਰਕਾਰ ਤਾਂ ਹਾਲਾਂਕਿ ਬਹੁਤ ਹੀ ਆਪਾਂ ਕਹਿ ਸਕਦੇ ਹਾਂ ਕਿ ਓਵਰ ਕੌਨਫੀਡੈਂਸ ਦੇ ਵਿੱਚ ਰਹਿੰਦੀ ਹੈ। ਅਗਲੇ 25 ਸਾਲ ਦੀ ਪਲੈਨਿੰਗ ਦੀਆਂ ਗੱਲਾਂ ਕਰਦੀ ਹੈ। ਜਦੋਂ ਵੀ ਮੋਦੀ ਜੀ ਭਾਸ਼ਣ ਦਿੰਦੇ ਨੇ ਉਹ ਵੀ ਇਦਾਂ ਹੀ ਗੱਲਾਂ ਕਰਦੇ ਹੁੰਦੇ ਨੇ ਕਿ 25 ਸਾਲ ਜਿਵੇਂ ਬੀਜੇਪੀ ਦੀ ਸਰਕਾਰ ਜਾਣ ਹੀ ਨਹੀਂ ਵਾਲੀ ਦੇਸ਼ ਦੇ ਵਿੱਚੋਂ। ਪਰ ਜਿਹੜੀ ਇਹ ਮੁੱਦਾ ਬੜਾ ਅਹਿਮ ਸੀ, ਜ਼ਰੂਰੀ ਸੀ ਸਾਡੇ ਸਭ ਨਾਲ ਸਾਂਝਾ ਕਰਨਾ ਕਿ ਆਖਿਰਕਾਰ ਸਰਕਾਰ ਹੈ ਜਿਹੜੀ ਸਾਡੀ, ਜਿਹਦੇ ਹੱਥ ਵਿੱਚ ਅਸੀਂ ਵੋਟਾਂ ਪਾ ਕੇ ਮੁਲਕ ਫੜਾਇਆ ਹੈ, ਉਹ ਸਾਡੇ ਲਈ ਕੀ ਕਰ ਰਹੀ ਹੈ। ਕੀ ਉਹ ਜਿਹੜੀ ਇੰਨੀ ਆਬਾਦੀ ਹੈ ਇੱਕ ਪਾਸੇ, ਦੂਸਰੇ ਪਾਸੇ 4-5 ਗਿਣਵੇਂ ਚੁਣਵੇਂ ਨੇ ਜਿਹੜੇ ਉਹ ਉਦਯੋਗਪਤੀ ਨੇ, ਇਹ ਸਰਕਾਰ ਕੀ ਸਿਰਫ ਤੇ ਸਿਰਫ ਉਹਨਾਂ ਦੇ ਲਈ ਹੀ ਕੰਮ ਕਰਦੀ ਹੈ, ਉਹਨਾਂ ਦੀ ਭਲਾਈ ਹੀ ਸੋਚਦੀ ਹੈ? ਬਾਕੀ ਦੁਨੀਆ ਜਿਹੜੀ ਹੈਗੀ ਹੈ, ਬਾਕੀ ਲੋਕ ਨੇ ਉਹਨਾਂ ਨੂੰ ਬਿਲਕੁਲ ਅੱਖੋਂ ਪਰੋਖੇ ਕੀਤਾ ਹੋਇਆ। ਇਹੋ ਜਿਹੀਆਂ ਖਬਰਾਂ ਨੇ ਜਿਹੜੀਆਂ ਸਾਡੇ ਮਨ ਦੇ ਵਿੱਚ ਸਥਿਤੀ ਬਿਲਕੁਲ ਕਲੀਅਰ ਕਰ ਦਿੰਦੀਆਂ ਨੇ ਕਿ ਸਰਕਾਰ ਦੀ ਮਨਸ਼ਾ ਹੈ ਕੀ, ਤੇ ਸਾਨੂੰ ਜਾਣਕਾਰੀ ਹੋਣੀ ਬੜੀ ਹੀ ਜ਼ਰੂਰੀ ਹੈ। ਹਾਲਾਂਕਿ ਬਨਵੈਸ ਸਾਹਿਬ ਇਹਦੇ ਵਿੱਚ ਹੁਣ ਤਾਂ ਮੈਨੂੰ ਲੱਗਦਾ ਨਹੀਂ ਕਿ ਕੋਈ ਸ਼ੱਕ ਰਹਿ ਗਿਆ, ਉਹਨਾਂ ਨੇ ਕਰ ਦਿੱਤਾ ਹੋਇਆ ਤਾਂ ਫੈਸਲਾ, ਇਹ ਤਾਂ ਹੁਣ ਮਤਲਬ ਹੋ ਚੁੱਕਿਆ ਜੀ, ਫੈਸਲਾ ਹੋ ਚੁੱਕਾ। ਸਭ ਤੋਂ ਵੱਡੀ ਇੱਕ ਗੱਲ ਹੋਰ ਮੈਂ ਜਿਹੜੀ ਕਹਿਣੀ ਚਾਹੂੰਗਾ ਜੀ ਕਿ ਜਦੋਂ ਤੁਸੀਂ ਸਾਰਾ ਕੁਝ ਪ੍ਰਾਈਵੇਟ ਹੱਥਾਂ ਵਿੱਚ ਦੇ ਦਿੱਤਾ ਜੀ ਤਾਂ ਲੋਕ ਤਾਂ ਸੜਕਾਂ ਤੇ ਨਿਕਲਣ ਜੋਗੇ ਰਹਿਣੇ ਵੀ ਨਹੀਂ ਜੀ। ਹਾਂ ਬਿਲਕੁਲ, ਤੁਸੀਂ ਦੇਖੋ ਬਿਲਕੁਲ ਬਿਲਕੁਲ, ਕਿਉਂਕਿ ਜਦੋਂ ਤੁਸੀਂ ਸਰਕਾਰੀ ਜੌਬ 'ਚ ਹੁੰਦੇ ਹੋ ਨਾ ਜੀ, ਜਾਂ ਸਰਕਾਰ ਵਿਰੁੱਧ ਲੜਨਾ ਹੁੰਦਾ, ਤੁਸੀਂ ਲੜ ਸਕਦੇ ਹੋ। ਜਿਹੜੇ ਪ੍ਰਾਈਵੇਟ ਲੋਕ ਆ ਉਹ ਤਾਂ ਤੁਹਾਨੂੰ ਕੱਢ ਕੇ ਬਾਹਰ ਮਾਰ ਦੇਣਗੇ, ਬਾਹਰ ਮਾਰਨਗੇ, ਪਤਾ ਹੀ ਨਹੀਂ ਹੈਗੇ ਕਿੱਥੇ ਨੇ, ਤੁਹਾਡੀ ਗੱਲ ਸੁਣਨਗੇ ਜਾਂ ਨਹੀਂ। ਤੇ ਇਹ ਤਾਂ ਕੋਈ ਮਤਲਬ ਜਦੋਂ ਕੋਈ ਰੂਲਸ ਐਂਡ ਰੈਗੂਲੇਸ਼ਨ ਹੀ ਨਹੀਂ ਰਹੇ ਹੈਗੇ। ਸਭ ਤੋਂ ਵੱਡਾ ਸ਼ੋਸ਼ਣ ਹੈ ਜਿਹੜਾ ਉਹ ਸਾਡੇ ਮੁਲਕ ਦੇ ਲੋਕਾਂ ਦਾ ਜਿਹੜਾ ਸ਼ੁਰੂ ਹੋਣ ਵਾਲਾ ਹੈ, ਕਿਉਂਕਿ ਇਹਨਾਂ ਸੈਕਟਰਾਂ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ EMPLOYE ਨੇ ਜਿਹੜੇ ਉਹ ਕੰਮ ਕਰਦੇ ਨੇ। ਤੁਹਾਨੂੰ ਇੱਕ ਨਿੱਕੀ ਗੱਲ ਹੋਰ ਦੱਸਦਾ ਜੀ ਜੀ ਕਿ ਜਿਹੜਾ ਸਾਡੇ ਨਾਲ ਜੁੜੀ ਬਹੁਤ ਵੱਡੀ ਗੱਲ ਇਹ ਆ ਕਿ ਅੰਮ੍ਰਿਤਸਰ ਸਾਹਿਬ ਦਾ ਜਿਹੜਾ ਗੁਰੂ ਰਾਮਦਾਸ ਹਵਾਈ ਅੱਡਾ ਆ ਜੀ ਜੀ ਉਹ ਵੀ ਸੇਲ ਤੇ ਆ। ਅੱਛਾ। ਤੇ ਉਹਦਾ ਜਿਹੜਾ ਸੌਦਾ ਆ ਉਹ 500 ਕਰੋੜ ਰੁਪਏ ਨੂੰ ਹੋ ਚੁੱਕਾ। ਇਹ ਵੀ ਮਤਲਬ ਉਹਨਾਂ 26 에ਅਰਪੋਰਟਾਂ ਦੇ ਵਿੱਚ, 26 에ਅਰਪੋਰਟਾਂ ਵਿੱਚੋਂ ਆ। 26 ਤੋਂ 6 ਤਾਂ ਪਹਿਲਾਂ ਜਾ ਚੁੱਕੇ ਸੀ ਜੀ, ਤੁਹਾਨੂੰ ਧਿਆਨ ਹੋਣਾ, ਲਖਨਊ ਵਾਲਾ ਤੇ ਹੋਰ ਨਾ। ਪਰ ਹੁਣ ਜਿਹੜਾ ਅਗਲੀ ਵਾਰੀ ਆ ਰਹੀ ਆ ਉਹ ਅੰਮ੍ਰਿਤਸਰ ਦੇ ਜਿਹੜਾ ਗੁਰੂ ਰਾਮਦਾਸ 에ਅਰਪੋਰਟ ਆ ਉਹਦੀ ਵਾਰੀ ਆ, ਔਰ 500 ਕਰੋੜ ਚੋਂ ਸੌਦਾ ਜਿਹੜਾ ਹੋ ਚੁੱਕਿਆ। ਦੱਸੋ, ਇਹ ਮਤਲਬ ਉਹੀ ਚਿੰਤਾ ਦੀ ਗੱਲ ਹੈਗੀ ਹੈ। ਕੱਲ ਨੂੰ ਫਿਰ ਅਸੀਂ ਖਾਲਸ ਚਰਚਾ ਦੇ ਵਿੱਚ ਜੁੜਾਂਗੇ ਕਿਸੇ ਹੋਰ ਮੁੱਦੇ ਨੂੰ ਲੈ ਕੇ। ਅਰਦਾਸ ਹੀ ਕਰ ਸਕਦੇ ਹਾਂ ਕਿ ਅਕਾਲ ਪੁਰਖ ਹੈ ਜਿਹੜਾ ਇਸ ਮੁਲਕ ਚਲਾਉਣ ਵਾਲੀ ਜਿਹੜੀ ਹਕੂਮਤ ਹੈਗੀ ਹੈ ਉਹਨਾਂ ਨੂੰ ਸਮੱਤ ਦੇਵੇ। ਬਿਲਕੁਲ ਇਹੀ ਕਹਿ ਸਕਦੇ ਹਾਂ, ਉਹ ਲੋਕਾਂ ਦੇ ਬਾਰੇ ਸੋਚੇ, ਸਿਰਫ ਚੰਦ ਕੋ ਉਦਯੋਗਪਤੀਆਂ ਬਾਰੇ ਨਾ ਸੋਚੇ, ਕਿਉਂਕਿ ਉਦਯੋਗਪਤੀ ਵੀ ਤਾਂ ਹੀ ਬਣੇ ਨੇ ਜੇ ਇਸ ਮੁਲਕ ਦੇ ਲੋਕ ਹੱਥੀਂ ਕੰਮ ਕਰਦੇ ਨੇ, ਜੇ ਉਹ ਮਿਹਨਤ ਕਰਦੇ ਨੇ, ਤਾਂ ਹੀ ਉਹਨਾਂ ਦੇ ਜਿਹੜੇ ਕਾਰੋਬਾਰ ਨੇ ਉਹ ਚੱਲਦੇ ਨੇ। ਪਰ ਲੋਕਾਂ ਨੂੰ ਬਿਲਕੁਲ ਹੀ ਇਸ ਤਰੀਕੇ ਦੇ ਨਾਲ ਜਿਹੜਾ ਪਿਸਣ ਦੇ ਲਈ ਮਜਬੂਰ ਕੀਤਾ ਜਾ ਰਿਹਾ ਹੈ, ਨਿਤ ਨਵੀਆਂ ਇਹੋ ਜਿਹੀਆਂ ਨੀਤੀਆਂ, ਲੋਕ ਮਾਰੂ ਨੀਤੀਆਂ ਲਿਆ ਕੇ। ਸੋ ਇਜਾਜ਼ਤ ਚਾਹੁੰਦੇ ਹਾਂ ਤੁਹਾਡੇ ਸਾਰਿਆਂ ਤੋਂ। ਬਨਵੈਸ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।